लो जी बस 'ਚ ਉਤਰੇ ਤੇ ਫਿਰ ਅਸੀਂ ਆ ਗਏ ਆਪਣੀ ਭੈਣ ਦੇ ਘਰ ਫਿਰ ਬੈਠੇ ਨਾਸ਼ਤਾ ਵਗੈਰਾ ਕੀਤਾ ਤਿਆਰ ਸ਼ਿਆਰ ਹੋਏ ਤੇ ਫਿਰ ਅਸੀਂ ਆ ਬੈਠੇ ਦੂਸਰੀ ਸਵਾਰੀ ਰਕਸ਼ੇ 'ਚ। ਰਕਸ਼ਾ ਦੇਖੋ ਸਾਨੂੰ ਕਿੱਡਾ ਖੂਬਸੂਰਤ ਟੱਕਰਿਆ ਜੇ ਹੈਂ। ਮੈਂ ਕਿਹਾ ਚੱਲ ਕੋਈ ਨਹੀਂ ਖੈਰ ਹੈ। ਅਤੇ ਮੈਂ ਕਿਹਾ ਨਹੀਂ ਧੁੱਪ 'ਚ ਖਲੋਤਾ ਨਹੀਂ ਜਾ ਰਿਹਾ ਸੀ। ਮੈਂ ਕਿਹਾ ਚੱਲ ਜਿਹੜਾ ਮਿਲਿਆ ਸੀ ਉਹਦੇ 'ਚ ਬਹਿ ਗਏ ਅਤੇ ਖੁਸ਼ੀ ਖੁਸ਼ੀ ਜਾ ਰਿਹਾ ਸੀ ਭੈਣ ਦੇ ਘਰ ਦੂਸਰੀ ਦੇ ਘਰ ਬੱਚਿਆਂ ਨੂੰ ਮਿਲਣ। ਅਤੇ ਮੈਂ ਕਹਿੰਦੀ ਹਾਂ ਉਹੀ ਭੈਣ ਭਰਾ ਅਸੀਂ ਹੁੰਦੇ ਹਾਂ ਬਚਪਨ 'ਚ ਕਿੰਨਾ ਅਸੀਂ ਲੜਨੇ ਹਾਂ ਕਹਿੰਦੇ ਇੱਕ ਦੂਸਰੇ ਨੂੰ ਨਜ਼ਰ ਨਾ ਆਈਏ ਹੈ। ਇੰਨੀ ਲੜਾਈ ਇੰਨਾ ਝਗੜਾ ਅਤੇ ਜਦੋਂ ਹੁੰਦੇ ਨੇ ਵਿਆਹ ਅਤੇ ਫਿਰ ਕਦਰ ਆਉਂਦੀ ਭੈਣ ਭਰਾਵਾਂ ਦੀ ਕਿ ਕੀ ਸ਼ਾਇਦ ਭੈਣ ਭਰਾਵਾਂ ਦੇ ਬਗੈਰ ਤਾਂ ਫਿਰ ਕਹਿੰਦੇ ਸਾਹ ਵੀ ਨਹੀਂ ਲੈਣਾ ਜੇ ਹੈਂ। ਅਤੇ ਜਿਹੜੇ ਭੈਣ ਭਰਾ ਨੇ ਮਾਂ ਬਾਪ ਦੀ ਤਰਫੋਂ ਨਾ ਸਾਨੂੰ ਇੱਕ ਤੋਹਫਾ ਨੇ ਇੰਨਾ ਖੂਬਸੂਰਤ ਤੋਹਫਾ ਜੋ ਕਹਿਣੇ ਦੀ ਹੱਦ ਨਹੀਂ। ਇਹਨਾਂ ਨਾਲ ਅਸੀਂ ਦੁੱਖ ਕਰੀਏ ਸੁੱਖ ਕਰੀਏ ਕਿਸੇ ਨਾਲ ਨਹੀਂ ਅਸੀਂ ਕਰਦੇ ਜੋ ਅਸੀਂ ਇਹਨਾਂ ਨਾਲ ਕਰ ਸਕਦੇ ਹਾਂ। ਖੁਸ਼ੀ ਗਮੀ ਹਰ ਚੀਜ਼ ਅਸੀਂ ਇਹਨਾਂ ਨਾਲ ਬਹੁਤ ਅੱਛੇ ਤਰੀਕੇ ਨਾਲ ਡੀਲ ਕਰਨੇ ਹਾਂ ਮਿਲਣੇ ਜੁਲਨੇ ਹਾਂ ਠੀਕ ਹੈ। ਅਤੇ ਆਪਣੇ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਬੁਖਾਰ ਵਗੈਰਾ ਚੜ੍ਹਿਆ ਸੀ ਮੇਰਾ ਬੁਖਾਰ ਬਖੂਰ ਆਪਣੀ ਭੈਣ ਨੂੰ ਮਿਲ ਕੇ ਬੁਖਾਰ ਲੈ ਗਿਆ ਕੋਈ ਬੁਖਾਰ ਨਹੀਂ ਹੁਣ ਮੈਂ ਕੋਈ ਸਿਰ ਨੂੰ ਪੀੜ ਨਹੀਂ ਹੈ। ਅਤੇ ਮੈਂ ਉਦਾਸੀ ਸੀ ਕਿਸਮ ਦੀ ਨਾ ਅਤੇ ਅਸੀਂ ਵੇਖੋ ਕਿੰਨਾ ਇੰਜੋਏ ਕਰਨੀ ਰਕਸ਼ਾ ਹਿਲਦਾ ਪਿਆ ਸੀ। ਅਸੀਂ ਕਿਹਾ ਚੱਲ ਪੈਰਾਂ ਦੀ ਟੇਕ ਹੀ ਲਾ ਲਓ ਇਹਦੇ ਨਾਲ ਬੰਦੇ ਰਕਸ਼ੇ ਦੇ ਨਾਲ ਨਾ ਕਿਤੇ ਡਿੱਗੀ ਨਾ ਪਈਏ। ਚਲੋ ਖੈਰ ਕਰਕੇ ਦੇਖੋ ਅੱਲਾ ਦੇ ਕੰਮ ਦੇਖੋ ਜ਼ਰਾ ਹੈ। ਅੱਲਾ ਦੇ ਕੰਮਾਂ 'ਚ ਕਿੰਨੀ ਮਸਲੇ ਇਹ ਹੁਣ ਅਸੀਂ ਜਾ ਰਹੇ ਸਾਫ ਸੁਥਰਾ ਮੌਸਮ ਹੈ। ਇਹ ਥੋੜ੍ਹਾ ਸਾ ਅੱਗੇ ਆਏ ਹਾਂ ਅਤੇ ਬਾਰਿਸ਼ ਹੈ ਨਾ ਬਰਸਾਤ ਦੇ ਮੌਸਮ 'ਚ ਐਸਾ ਹੁੰਦਾ ਇੱਕ ਗਲੀ 'ਚ ਬਾਰਿਸ਼ ਅਤੇ ਦੂਸਰੀ ਗਲੀ ਸੁੱਕੀ ਹੁੰਦੀ। ਅਤੇ ਅੱਜ ਮੈਂ ਦੇਖ ਲਈ ਨੋਟ ਕਰ ਲਈ ਜੇ ਅਸੀਂ ਪਿੱਛੇ ਆ ਰਹੇ ਸਾਂ ਅਤੇ ਸਿਰਫ ਨਾ ਹਲਕੀ ਬੂੰਦਾਬਾਰੀ ਹੋ ਰਹੀ ਸੀ। ਦੂਸਰੀ ਪਾਸੇ ਆਏ ਅਤੇ ਬਿਲਕੁਲ ਹੀ ਖਤਮ ਸੀ ਅਤੇ ਉੱਥੋਂ ਆਏ ਅਤੇ ਬਾਰਿਸ਼ ਹੁਣ ਇੱਥੇ ਵੇਖੋ ਤੀਸਰੀ ਪਹਿਰ ਇੱਥੇ ਬਿਲਕੁਲ ਹੀ ਬੱਦਲ ਛਾ ਗਏ ਨੇ ਦੇਖੋ ਨਾ ਹਨੇਰਾ ਹੀ ਹੋ ਗਿਆ ਜੇ। ਅਤੇ ਦੇਖੋ ਰੇਹੜੀਆਂ ਲੱਗੀਆਂ ਜੇ ਅੰਬਾਂ ਦੀਆਂ ਫਿਰ ਕਿੰਨੀਆਂ ਜਾਮਨਾਂ ਦੀਆਂ ਫਿਰ ਪਤਾ ਕਿੰਨੇ ਤਰ੍ਹਾਂ ਦੀ। ਅਤੇ ਮੈਨੂੰ ਯਾਦ ਆ ਗਿਆ ਕਿ ਪਿੰਡ ਅਸੀਂ ਜਾਂਦੇ ਨੇ ਸਾਂ ਅੰਬਾਂ ਦੇ ਮੌਸਮ 'ਚ ਜਾਮਨਾਂ ਦੇ ਮੌਸਮ 'ਚ ਬਾਰਿਸ਼ ਹੁੰਦੀ ਸੀ। ਬਾਗ ਵਿੱਚ ਅਸੀਂ ਜਾਣਾ ਸਾਰੀਆਂ ਕਜ਼ਨਾਂ ਇਕੱਠੇ ਹੋ ਕੇ ਬਾਰਿਸ਼ ਹੁੰਦੀ ਹੋਣੀ ਫਿਰ ਝੋਲੀਆਂ ਇੰਝ ਕਰ ਲੈਣੀਆਂ ਅਤੇ ਉੱਤੋਂ ਜਾਮਨੂਆਂ ਨੇ ਡਿੱਗਣਾ ਜਾਮਨੂੰ ਪੜਨੇ ਅੰਬੀਆਂ ਕੱਟਣੀਆਂ ਖੱਟੀਆਂ ਟੀਟ ਹੋਣੀਆਂ ਉਹਨਾਂ ਨੂੰ ਲੂਣ ਮਿਰਚਾਂ ਲਾ ਕੇ ਖਾਣੀਆਂ ਅਤੇ ਇੰਨਾ ਮਜ਼ਾ ਆਉਂਦਾ ਹੁੰਦਾ ਸੀ। ਗਰਮੀਆਂ ਛੁੱਟੀਆਂ ਅਸੀਂ ਖਾਸ ਕਰ ਜਾਂਦੇ ਸਾਂ ਉਦੋਂ ਫਿਰ ਜਾਣਾ ਹੁੰਦਾ ਸੀ ਸਰਦੀਆਂ 'ਚ ਜਾਂਦੇ ਸਾਂ ਗੰਨਿਆਂ ਦਾ ਮੌਸਮ ਹੁੰਦਾ ਸੀ ਫਿਰ ਗੰਨਿਆਂ ਦੇ ਬਾਗ 'ਚ ਜਾਣਾ ਕਮਾਦ 'ਚ ਜਾਣਾ ਅਤੇ ਤਬਾਹੀ ਮਚਾ ਛੱਡਣੀ ਬੱਚਿਆਂ ਨੇ ਸੀ ਨਾ। ਅਤੇ ਬੜਾ ਹੀ ਯਾਦਾਂ ਵੀ ਇੱਕ ਬਹੁਤ ਅੱਛੀ ਸ਼ੈ ਹੈ ਜਿਵੇਂ ਉਹ ਜਿਹਾ ਸੀਨ ਕੋਈ ਦੇਖੋ ਤਾਂ ਫੌਰਨ ਪਿਛਲੀਆਂ ਯਾਦਾਂ ਯਾਦ ਆਉਂਦੀਆਂ ਕਿ ਇਸ ਮੌਸਮ ਅਸੀਂ ਇਹ ਕਰਨੇ ਸਾਂ ਇਹ ਕਰਨੇ ਸਾਂ ਕਰਨੇ ਸਾਂ। ਅਤੇ ਵੈਸੇ ਮੈਨੂੰ ਕੋਈ ਗੱਲਾਂ ਯਾਦ ਨਹੀਂ ਹੁੰਦੀਆਂ ਵੈਸੇ ਕੋਈ ਮੂਵਮੈਂਟ ਹੋਏ ਤਾਂ ਫਿਰ ਮੈਨੂੰ ਯਾਦ ਆਉਂਦੀਆਂ ਵੈਸੇ ਵੀ ਨਾ ਭੁੱਲ ਜਾਣਾ ਇੱਕ ਕਿਸਮ ਦੀ ਖੁਸ਼ੀ ਆ ਵੀ ਹੈਂ। ਅੱਛੀਆਂ ਗੱਲਾਂ ਤੁਸੀਂ ਯਾਦ ਰੱਖੋ ਬੁਰੀਆਂ ਗੱਲਾਂ ਤੁਸੀਂ ਭੁੱਲ ਜਾਵੋ ਠੀਕ ਹੈ। ਫਿਰ ਗੱਲਾਂ ਕਰਦੇ ਵੱਲੋਂ ਤੁਹਾਡਾ ਫਿਰ ਪਹੁੰਚ ਗਏ ਆਪਣੀ ਤੀਸਰੀ ਮੰਜ਼ਿਲ 'ਤੇ ਉੱਥੇ ਫਿਰ ਅਸੀਂ ਗਏ ਅਤੇ ਤਕਰੀਬਨ 3 ਵੱਜ ਚੁੱਕੇ ਸੀ। ਅਤੇ ਦੁਪਹਿਰ ਸੁਬਾਹ ਦਾ ਅਸੀਂ ਨਾਸ਼ਤਾ ਕੀਤਾ ਅਸੀਂ ਕਹਿੰਦੇ ਖਾਣਾ ਖਾ ਲਓ। ਮੈਂ ਕਿਹਾ ਅਸੀਂ ਖਾਣਾ ਖਾ ਕੇ ਆਏ ਨਹੀਂ ਕਹਿੰਦੇ ਨਹੀਂ ਖਾਣਾ ਪਏਗਾ। ਮੈਂ ਕਿਹਾ ਚਲੋ ਨਾ ਇਸ ਤਰ੍ਹਾਂ ਕਰੋ ਕਿ ਤੁਸੀਂ ਨਾ ਬਾਰਿਸ਼ ਹੋ ਰਹੀ ਵੇਸਣ ਵਾਲੇ ਨਾਨ ਮੰਗਾ ਲਓ। ਵੇਸਣ ਵਾਲੇ ਨਾਨ ਇੰਜੋਏ ਕੀਤੇ ਨਾਲ ਬੋਤਲ ਪੀਤੀ। ਫਿਰ ਅਸੀਂ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਬੱਚਿਆਂ ਨੇ ਆਪਸ 'ਚ ਬਹਿ ਕੇ ਨਾਲ ਮੈਂ ਉਹਨਾਂ ਨਾਲ ਫਿਰ ਮੋਬਾਈਲ ਸਹੀ ਕਰਾਇਆ। ਅਤੇ ਆਉਂਦੇ ਸ਼ਾਮ ਹੋ ਗਈ ਕਹਿੰਦੇ ਖਾਮ ਕਾ खाना खा के जाना आंटी। मैं कहा नहीं हमने घर जाके पकाना भी खाना नहीं कहते आंटी खा के जाना इधर से। फिर मसर चावल हमने पकाए बहन तो मेरी फोत हो गई है जिनने पकाने तो मैं कहा तुम आज आराम करो मैं पकाती हूँ। फिर हमने मसर चावल पकाए मैंने दोनों बहनों ने मिल के फिर मसर चावल खाए। फिर घर आ गए घर फिर मैं बड़ी खुश थी खुश घर आई तो देखा सारा किचन बर्तनों से भरा हुआ था हैं और हंडिया वगैरह खाली थी। फिर मुझे आके हंडिया भी पकानी पड़ी बर्तन सारे धोए। वो इतनी थकन थी मेरे खुशी में फिर मुझे थकन भी हुई। काम करने का यही एक फार्मूला है कि खुश होकर काम करें तो आपको थकन भी नहीं होगी। आपने जब काम करना रात को प्लानिंग कर लें कि मैंने इस काम के बाद ये वाला खुशी वाला काम करना तो वो काम का आपको पता ही नहीं चलेगा कब और कैसे हो गया। फिर रात को फिर मैंने सुबह उठी तो मैंने मियाँ साहब को बनाया कस्टर्ड अपने लिए बनाई सवैयाँ शक्कर डाल के तो ऊपर वो पंपिंग सील डाल के बनाई सवैयाँ फिर खाई हेल्दी। तो फिर सुबह मैंने चने भिगो दिए। तो मैंने ये काम जो था मैं सुबह ही कर लेती हूँ। मैं आपको पहले बताया ना सुबह के टाइम में अल्लाह ने बरकत अगर आपने काम को आसान बनाया सुबह उठें नमाज़ पढ़ें सब नमाज की बरकत देखें और सुबह के टाइम की बरकत देखें। जितना मर्ज़ी आप काम कर लें 9 बजे तक आप बाद में फारिग जो मर्ज़ी आप करें फिर सिलाई करें कढ़ाई करें मशीन रखें या मोबाइल देखें ड्रामे देखें ठीक है। तो मैं तो ऐसे ही करती हूँ मेरी तो रूटीन यही है। मैं सुबह उठती हूँ उठने के बाद नमाज़ पढ़ने के बाद फिर मैं शुरू हो जाती हूँ 9 बजे तक मैं फारिग होती हूँ। फिर दोपहर की हांडी पका लेती हूँ गर्मियों में तो पका के ये देखें मैंने सुबह ना ये 12 बजे से पहले हालांकि चने सुबह उठते हैं मैंने नमाज़ से पहले ना वज़ू करने से पहले मैंने चने भिगो दिए थे भिगो के रख दिए। जब मैंने नमाज़ वगैरह सारा कुछ पढ़ी फिर चनों को उबाल के एक साइड रखा तो 12 बजे तक ये मेरी हंडिया रोटी जो है ना तैयार हो गई है। चावल भी आज मैंने जल्दी पका लिए इसके अंदर से मैंने फिर मॉर्निंग शो भी देखा ठीक है। उसके बाद मैंने बातें वगैरह भी की और क्या उसे कहते हैं दर्जन के घर भी गई। तो मैं कितना लंबा व्लॉग कैसे आपको दूंगा। ये देखे चने चावल मेरे बनकर तैयार हो गए हैं। और खुश करने का एक और तरीका अपनी सहेलियों से मिलें। मैं तो अपनी पुरानी सहेलियों से जब अपने मेके जाती हूँ अपनी पुरानी सहेलियों से मिलती हूँ। अभी मुझे अपने उनके यहाँ मैं कल भी उस ब्लॉग में बताए थे ना तो मैं सहेलियों से मिलती हूँ। और रात का खाना खाने के बाद मैं थोड़ी सी चहलकदमी की यहाँ भी मैंने सहेलियाँ बनाई हैं अपनी नई सहेलियाँ भी बनाई हुई हैं। फिर मैं रात का जब खाना खाती हूँ ना तो फिर मैं जाती हूँ सहेलियों के घर थोड़ी देर उनके बैठते हैं ताकि कहते हैं खाने के बाद
बैठना नहीं चाहिए। तो ये आ गई, मैं अपनी सहेली मेरी थी शफकत, उसकी तो हो गई है शादी, ये फिर उसकी अम्मी है, उसकी भाभियाँ हैं, जिनके पास इनके घर बड़ी रौनक होती है, इनके पास मैं शाम को आकर बैठती हूँ। तो फिर जब रात का इशा होती है तो फिर मैं इधर दी सेमियाँ बना रही थी, ये देखें अभी भी बनाती हैं औरतें सेमियाँ, हाथ की सवैयाँ मुझे भी आती हैं, फिर मैं भी साथ बैठ गई, फिर हमने बनाई सवैयाँ, बातें की, बहुत बहुत अपनी सहेली की बातें की, अपनी बातें की, आज मैंने सारी उनको रवादात सुनाई, उन्होंने मुझे अपने, और खुशबाश हो गई मैं, ठीक है। तो फ्रेश हो गया ज़हन। तो ये भी एक बड़ी थेरेपी है, क्योंकि रात को तो मैं लाजमी जाती हूँ ना, क्योंकि वॉक करने के बहाने ना फिर अपनी एक सहेली के कभी किसी के साथ चली, 2-3 सहेलियाँ मैंने बनाई हुई हैं, उनसे मिलती हूँ, वो मेरे घर आती हैं, मैं उनके घर जाती हूँ। तो अच्छी और बस सोच के साथ मिलते हैं, कोई दिल में ऐसा वैसा ख्याल नहीं कि ऐसे या वैसे है, बेहाल साफ दिल करके अगर आपने खुश रहना ना, तो आप ना क्या करें, माजी को भी भूल जाएं और मुस्तकबिल की फ़िक्र छोड़ दें, हाल के अंदर जिएँ, हाल के अंदर जिएँ। और ये देखें, ये उनकी आगे है भतीजी मेरी सहेली की, और ये है मेरी खाला जी, सवैयाँ कैसे बना रही हैं बड़ी अच्छी हैं। तो ये मैं आती बिस्मा, ये देखें उनकी भावियों के साथ मेरे तो हो गई सहेलियाँ, पहले वो नंद थी, अब वो तो शादी हो गई, तो फिर अब ये उनकी भाभी की बच्चियाँ, ये देखिए छोटी छोटी मेरे सामने ही हुई हैं, रोटियाँ पका रही हैं। इसके साथ का व्लॉग यहीं पे ख़त्म करती हैं। अल्लाह हाफिज़, अस्सलाम वालेकुम।